ਬਾਬਾ ਨੰਦ ਸਿੰਘ ਸਾਹਿਬ ਵਿਰਾਜਮਾਨ ਹਨ ਇੱਕ ਟੋਏ ਦੇ ਵਿੱਚ। ਕੱਚਾ ਹੀ ਠਾਠ ਹੁੰਦਾ ਸੀ ਘੋੜਿਆਂ ਦਾ, ਜਿੱਥੇ ਕਦੀ ਕੋਈ ਪੱਕੀ ਤੱਕ ਨਹੀਂ ਲੱਗੀ। ਜਿਸ ਜਗ੍ਹਾ ਬੈਠਦੇ ਸੀ ਟੋਇਆ ਪੁੱਟਿਆ ਹੋਇਆ। ਸਾਰੀ ਸੰਗਤ ਗੁਰੂ ਨਾਨਕ ਦੀ ਸਾਹਿਬ ਦੀ ਸਭ ਉੱਚੇ ਅਸਥਾਨ 'ਤੇ ਬੈਠੇ ਹੁੰਦੇ ਸੀ। ਸਭ ਦੇ ਚਰਨਾਂ ਦੀ ਧੂੜ ਲੈਣ ਵਾਲੇ ਬਾਬਾ ਨੰਦ ਸਿੰਘ ਸਾਹਿਬ ਉਹਨਾਂ ਦੇ ਉੱਤੇ ਪੈਂਦੀ ਸੀ। ਨਿਮਰਤਾ ਦੇ ਉਸ ਡੂੰਘਾਈ ਦੇ ਵਿੱਚ ਬਚਨ ਕੀ ਫਰਮਾ ਰਹੇ ਹਨ। ਉਸ ਨੀਚਤਾ ਦੇ ਅਸਥਾਨ ਤੋਂ ਸਾਹਿਬ ਕਿਹੜਾ ਪ੍ਰਕਾਸ਼ ਪਾ ਰਹੇ ਹਨ, ਫਰਮਾ ਰਹੇ ਹਨ। ਬਚਨ ਕਰਦੇ ਹੋਏ ਪੁੱਛਦੇ ਹਨ ਕਿ ਕੋਈ ਨਿਰੰਕਾਰ ਤੋਂ ਵੀ ਵੱਡਾ ਹੈ। ਸਾਰੇ ਹੈਰਾਨ। ਕੁਛ ਕਹਿਣ ਲੱਗੇ ਕਿ ਜੀ ਨਿਰੰਕਾਰ ਤੋਂ ਕੌਣ ਵੱਡਾ ਹੋ ਸਕਦਾ ਹੈ। ਫਰਮਾਨ ਲੱਗੇ ਕਿ ਜੇ ਤੂੰ ਵੱਡਾ ਹੈ ਜਾਂ ਜਿਸ ਨੂੰ ਜਿੱਤ ਲਿਆ ਜਾਏ, ਕਿ ਗਰੀਬ ਨਵਾਜ਼ ਜੇ ਤੂੰ, ਤੇ ਫਿਰ ਉਸ ਨੀਚਤਾ ਦੇ ਪ੍ਰਕਾਸ਼ ਦੇ ਵਿੱਚੋਂ ਬਾਬਾ ਨੰਦ ਸਿੰਘ ਸਾਹਿਬ ਉਸ ਨੀਚਤਾ ਦੇ ਪ੍ਰਕਾਸ਼ ਦਾ ਰਹੱਸ ਜਿਸ ਤਰ੍ਹਾਂ ਉਹ ਯੁਕਤੀ ਦੱਸ ਰਹੇ ਹਨ ਕਿ ਫਿਰ ਨਿਮਰਤਾ, ਗਰੀਬੀ ਅਤੇ ਨੀਚਤਾ ਉਸ ਨੂੰ ਜਿੱਤ ਲੈਂਦੀ ਹੈ, ਉਸ ਤੋਂ ਵੀ ਵੱਡੀ ਹੈ। ਸਾਧ ਸੰਗਤ ਜੀ, ਉਸ ਵੇਲੇ ਪਤਾ ਲੱਗਦਾ ਹੈ ਕਿ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜਿਸ ਵਕਤ ਉਹ ਗੁਰੂ ਨਾਨਕ ਨਿਰੰਕਾਰ ਦੀ ਜਿਸ ਵਕਤ ਉਸ ਨੀਚਤਾ ਤੋਂ ਭਾਵ ਭਗਤ ਕਰ ਨੀਚ ਸਦਾਏ ਤਾਂ ਨਾਨਕ ਮੋਖ ਅੰਤਰ ਪਾਏ। ਉਹ ਜਿਹੜਾ ਉਹਨਾਂ ਨੇ ਆਪਣਾ ਪਰਿਚੈ ਹੀ ਜਦੋਂ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੀ ਅੰਮ੍ਰਿਤ ਬਾਣੀ ਸੁਣਦੇ ਹਨ, ਉਸ ਨੀਚੇ ਦਾ ਪਰਿਚੈ ਤਾਂ ਗੁਰੂ ਅੰਗਦ ਸਾਹਿਬ ਨੂੰ ਵੀ ਦੇ ਰਹੇ ਹਨ। ਜਦੋਂ ਗੁਰੂ ਅੰਗਦ ਸਾਹਿਬ ਉਸ ਨੀਚਤਾ ਦੀ ਤਹਿ ਤੱਕ, ਗਹਿਰਾਈ ਤੱਕ, ਉਸ ਪ੍ਰਕਾਸ਼ ਜਿਹੜਾ ਪ੍ਰਕਾਸ਼ ਦਾ ਬੀਜ ਹੈ, ਜਦੋਂ ਉਸ ਦੇ ਬੀਜ ਤੱਕ ਉੱਥੇ ਤੱਕ ਸਾਹਿਬ ਸੱਚੇ ਪਾਤਸ਼ਾਹ ਆਪ ਪਹੁੰਚ ਗਏ, ਉਸ ਵੇਲੇ ਇੱਕ ਐਸਾ ਚਮਤਕਾਰ ਹੁੰਦਾ ਹੈ। ਉਸ ਵੇਲੇ ਇਸ ਨੀਚਤਾ ਦਾ ਪ੍ਰਕਾਸ਼ ਐਂ ਫੁੱਟਦਾ ਹੈ ਜਦੋਂ ਗੁਰੂ ਨਾਨਕ ਨਿਰੰਕਾਰ ਆਪ ਉਸ ਨੀਚਤਾ ਨੂੰ ਸਜਦਾ ਕਰਦੇ ਹੋਏ ਗੁਰੂ ਅੰਗਦ ਸਾਹਿਬ ਦੇ ਚਰਨ ਕਮਲਾਂ 'ਤੇ ਮਸਤਕ ਰੱਖ ਦਿੰਦੇ ਹਨ। ਉਸ ਨੀਚਤਾ ਦਾ ਪ੍ਰਕਾਸ਼ ਉਸ ਵੇਲੇ ਗੁਰੂ ਅੰਗਦ ਸਾਹਿਬ ਦੇ ਵਿੱਚ ਬਖਸ਼ਦੇ ਹੋਏ ਆਪਣੇ ਆਪ ਉਹਨਾਂ ਵਿੱਚ ਉਤਰ ਜਾਂਦੇ ਹਨ। ਸਾਧ ਸੰਗਤ ਜੀ, ਉਸ ਵੇਲੇ ਉਸ ਨੀਚਤਾ ਨੇ ਜਿਹੜੀ ਗੁਰੂ ਨਾਨਕ ਸਾਨੂੰ ਸਿਖਾ ਰਿਹਾ ਹੈ, ਗੁਰੂ ਨਾਨਕ ਨੂੰ ਜਿੱਤ ਲਿਆ। ਨੀਚਾ ਅੰਦਰ ਨੀਚ ਜਾਤ ਨੀਚ ਹੋ ਅਤ ਨੀਚ ਨਾਨਕ ਤਿਨ ਕੇ ਸੰਗ ਸਾਥ ਵੱਡਿਆ ਸਿਓ ਕਿਆ ਰੀਸ। ਜਿੱਥੇ ਨੀਚ ਸਮਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ। ਜਿੱਥੇ ਨੀਚ ਸਮਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ। ਮੈਂ ਕੀਤਾ ਨਾ ਚਾਹਤਾ ਹਰਾਮ ਖੋਰ ਹੋ ਕਿਆ ਮੋਹਤੀ ਸਾਧ ਦੁਸ਼ਟ ਚੋਰ। ਨਾਨਕ ਨੀਚ ਕਹੇ ਵਿਚਾਰ ਤਾਣਿਕ ਰੂਪ ਰਹਾ ਕਰਤਾ। ਨਾਨਕ ਨੀਚ ਪਿਖਿਆ ਦਰ ਚਾਚੀ ਨੇ ਨੀਜੇ ਨਾਮ ਵਡਾਏਗੀ। ਨਾਨਕ ਨੀਚ ਪਿਖਿਆ ਦਰ ਚਾਚੀ